ਡਾਕ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕਾਂਗਰਸ ਦੇ ਵਿੱਚ ਜਿਹੜਾ ਕਾਟੋ ਕਲੇਸ਼ ਵਧਿਆ ਹੋਇਆ ਸੀ ਉਹਨੂੰ ਖਤਮ ਕਰਨ ਦੇ ਲਈ ਕਾਂਗਰਸ ਹਾਈ ਕਮਾਂਡ ਦੇ ਵੱਲੋਂ 3 ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਦੇ ਅੱਗੇ ਕੱਲ 25 ਜਿਹੜੇ ਵਿਧਾਇਕ ਤੇ ਮੰਤਰੀ ਪੇਸ਼ ਹੋਏ ਸੀ ਤੇ ਅੱਜ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਜਿਹੜੇ ਹੈ ਉਸੇ ਹੀ ਕਮੇਟੀ ਦੇ ਅੱਗੇ ਪੇਸ਼ ਹੋਏ ਸੀ ਤੇ ਆਪਣਾ ਪੱਖ ਰੱਖਿਆ ਸੀ। ਹੋਰ ਵੀ ਬਹੁਤ ਸਾਰੇ ਵਿਧਾਇਕ ਜਿਹੜੇ ਪੇਸ਼ ਹੋਏ ਸੀ। ਅੱਜ ਦੀ ਇਸ ਬੈਠਕ ਦਾ, ਅੱਜ ਦੀ ਇਸ ਮੀਟਿੰਗ ਦਾ ਕੀ ਸਾਰ ਰਿਹਾ, ਇੱਕ ਗੱਲ ਤੁਹਾਨੂੰ ਦੱਸਾਂਗੇ ਕਿ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੰਦਰ ਕੀ ਕੁਝ ਗੱਲਾਂ ਬਾਤਾਂ ਚੱਕੀਆਂ ਗਈਆਂ, ਕੀ ਕੁਝ ਮੁੱਦੇ ਰੱਖੇ ਗਏ, ਅੰਦਰ ਦਾ ਮਾਹੌਲ ਜਿਹੜਾ ਕਿਹੋ ਜਿਹਾ ਸੀ ਜਦੋਂ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਮੀਟਿੰਗ ਕਰਨ ਦੇ ਲਈ ਗਏ। ਅੰਦਰਲੀਆਂ ਜਿਹੜੀਆਂ ਗੱਲਾਂ ਨੇ ਉਹ ਇੱਕ ਕਰਕੇ ਤੁਹਾਡੇ ਅੱਗੇ ਪਰਤਾਂ ਖੋਲਾਂਗੇ। ਸੂਤਰਾਂ ਤੋਂ ਮਿਲੀ ਹੋਈ ਜਿਹੜੀ ਤਾਜ਼ਾ ਤੇ ਸਟੀਕ ਜਾਣਕਾਰੀ ਹੈ ਉਹ ਤੁਹਾਡੇ ਅੱਗੇ ਰੱਖਾਂਗੇ। ਇੱਕ ਗੱਲ, ਇੱਕ ਪਰਤ ਤੁਹਾਡੇ ਅੱਗੇ ਖੋਲਾਂਗੇ ਅੰਦਰਲੀ ਕਿ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਅੰਦਰ ਕੀ ਮੁੱਦੇ ਚੱਕ ਕੇ ਆਏ ਨੇ, ਕਿਹੋ ਜਿਹੇ ਉਹਦਾ ਅੰਦਰਲਾ ਮਾਹੌਲ ਸੀ। ਹਾਲਾਂਕਿ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨੇ ਬਾਹਰ ਆ ਕੇ ਕੁਝ ਨਾ ਕੁਝ ਦੱਸਿਆ ਵੀ ਹੈ, ਪਰ ਅੰਦਰਲੀਆਂ ਗੱਲਾਂ ਕੀ ਕੁਝ ਹੋਈਆਂ ਨੇ ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਤੇ ਉੱਥੇ ਹੀ ਨਾਲ ਦੀ ਨਾਲ ਇਹ ਵੀ ਗੱਲ ਕਰਾਂਗੇ ਕਿ ਕੱਲ ਹੋ ਸਕਦਾ ਹੈ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹ ਵੀ ਉਸ ਕਮੇਟੀ ਦੇ ਅੱਗੇ ਪੇਸ਼ ਹੋਣ, ਪਰ ਜਿਹੜੀਆਂ ਸੰਭਾਵਨਾਵਾਂ ਘੱਟ ਲੱਗ ਰਹੀਆਂ ਨੇ ਕਿਉਂਕਿ ਕੱਲ ਨੂੰ ਇੱਕ ਮੀਟਿੰਗ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੈਬਨਿਟ ਦੀ ਸੱਦੀ ਗਈ ਹੈ। ਹੋ ਸਕਦਾ ਕਿ ਉਹਦੇ ਕਰਕੇ ਜਿਹੜਾ ਉਹ ਕੱਲ ਨਾ ਪੇਸ਼ ਹੋ ਪਾਉਣ ਤੇ ਪਰਸੋਂ ਜ਼ਰੂਰ ਉਹ ਪੇਸ਼ ਹੋਣਗੇ। ਤੇ ਉਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਕਿ ਅੱਜ ਨਵਜੋਤ ਸਿੰਘ ਸਿੱਧੂ ਨੇ ਅੰਦਰ ਕੀ ਗੱਲਾਂ ਬਾਤਾਂ ਕੀਤੀਆਂ, ਕੀ ਹੁਣ ਕੈਪਟਨ ਲਈ ਪਰਿਸਥਿਤੀ ਨਵੀਂ ਤਿਆਰ ਹੋਈ ਹੈ, ਰਾਹੁਲ ਗਾਂਧੀ ਦਾ ਕਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਵੱਲ ਜ਼ਿਆਦਾ ਝੁਕਾਅ ਲੱਗ ਰਿਹਾ, ਉਹ ਵੀ ਤੁਹਾਨੂੰ ਸਾਰੀਆਂ ਗੱਲਾਂ ਦੱਸਾਂਗੇ। ਤੇ ਇਹਨਾਂ ਗੱਲਾਂ ਦੇ ਉੱਪਰ ਵਿਚਾਰ ਚਰਚਾ, ਇਹਨਾਂ ਖਬਰਾਂ ਦੇ ਉੱਪਰ ਜਿਹੜੀ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਬਾਅਦ ਚ ਕਰਾਂਗੇ ਵਿਚਾਰ ਚਰਚਾ। ਸਰ ਸਵਾਗਤ ਹੈ ਜੀ ਪ੍ਰੋਗਰਾਮ ਚ। ਜਿਹੜਾ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅੱਜ ਮੀਟਿੰਗ ਦੇ ਵਿੱਚ ਮੁੱਦੇ ਚੱਕੇ ਗਏ, ਹਾਲਾਂਕਿ ਉਹਨਾਂ ਨੇ ਕੁਝ ਨਾ ਕੁਝ ਗੱਲਾਂ ਬਾਹਰ ਆ ਕੇ ਜ਼ਰੂਰ ਦੱਸੀਆਂ, ਪਰ ਅੰਦਰ ਕੀ ਕੁਝ ਗੱਲਾਂ ਬਾਤਾਂ ਹੋਈਆਂ ਨੇ ਉਹ ਆਪਣੇ ਦਰਸ਼ਕਾਂ ਨੂੰ ਆਪਾਂ ਜ਼ਰੂਰ ਦੱਸੀਏ। ਤੇ ਪ੍ਰਗਟ ਸਿੰਘ ਕੀ ਕੁਝ ਕਹਿੰਦੇ ਰਹੇ ਅੰਦਰ। ਦੇਖੋ, ਪੰਜਾਬ ਦੇ ਲੋਕਾਂ ਦੀ ਨਜ਼ਰ ਜਿਹੜੀ ਸੀ ਉਹ ਕੇਵਲ ਦੋ ਵਿਅਕਤੀਆਂ ਦੀ ਜਿਹੜੀ ਟਿਕੀ ਹੈ, ਇੱਕ ਨਵਜੋਤ ਸਿੱਧੂ ਔਰ ਦੂਸਰਾ ਪ੍ਰਗਟ ਸਿੰਘ। ਪ੍ਰਗਟ ਸਿੰਘ ਹੁਣੀ ਵੀ ਸ਼ਾਇਦ ਉਸ ਸਥਿਤੀ ਵਿੱਚ ਨਹੀਂ ਹਨ ਜਾਂ ਲੋਕ ਸ਼ਾਇਦ ਉਹਨਾਂ ਉੱਤੇ ਇੰਨਾ ਧਿਆਨ ਫੋਕਸ ਨਹੀਂ ਸਨ ਕਰ ਰਹੇ ਜਿੰਨਾ ਧਿਆਨ ਦੇ ਕੇਂਦਰ ਨਵਜੋਤ ਸਿੱਧੂ ਸੀ। ਨਵਜੋਤ ਸਿੱਧੂ ਦਾ ਕੇਂਦਰ ਵਿੱਚ ਆਉਣਾ ਇਸ ਦਾ ਕਾਰਨ ਇਹ ਹੈ ਕਿਉਂਕਿ ਬੀਤੇ ਸਮੇਂ ਦੇ ਵਿੱਚ ਕੇਵਲ ਉਹ ਵਿਅਕਤੀ ਸਨ ਜਿਹੜੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਦੇ ਖਿਲਾਫ ਜਿਹੜੀ ਆਵਾਜ਼ ਆਪਣੀ ਬੁਲੰਦ ਕੀਤੀ। ਇਸ ਤੋਂ ਪਹਿਲਾਂ ਕੋਈ ਵੀ ਵਰਕਰ ਜਾਂ ਕੋਈ ਵੀ ਮੰਤਰੀ ਸਾਨੂੰ ਅਜਿਹਾ ਨਜ਼ਰ ਨਹੀਂ ਆਉਂਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਵਰਗੇ ਏਡੇ ਕਦਾਵਰ ਨੇਤਾ ਦੇ ਸਾਹਮਣੇ ਆਪਣੀ ਅਸੰਤੁਸ਼ਟੀ ਦਾ ਇਜ਼ਹਾਰ ਕਰ ਸਕੇ ਹੋਵੇ ਜਾਂ ਕਿਸੇ ਨੇ ਇਹ ਗੱਲ ਕਹੀ ਹੋਵੇ ਕਿ ਇਹਨਾਂ ਦੀ ਕਾਰਜਸ਼ੈਲੀ ਠੀਕ ਨਹੀਂ। ਠੀਕ 15 ਸਾਲਾਂ ਤੋਂ ਬਾਅਦ ਬੀਬੀ ਰਜਿੰਦਰ ਕੌਰ ਭੱਠਲ ਤੋਂ ਬਾਅਦ ਇੱਕ ਚਿਹਰਾ ਜਿਹੜਾ ਨਵਜੋਤ ਸਿੱਧੂ ਦਾ ਸਾਹਮਣੇ ਆਉਂਦਾ, ਪਰ ਜੇਕਰ ਮੈਂ ਬੀਬੀ ਭੱਠਲ ਦੇ ਨਾਲ ਵੀ ਨਵਜੋਤ ਸਿੱਧੂ ਦੀ ਤੁਲਨਾ ਕਰਾਂ ਤਾਂ ਸਿੱਧੂ ਦਾ ਕੱਦ ਜਿਹੜਾ ਹੈ ਬੀਬੀ ਰਜਿੰਦਰ ਕੌਰ ਭੱਠਲ ਦੇ ਮੁਕਾਬਲੇ ਬਹੁਤ ਉੱਚਾ ਹੈ ਸਿਆਸਤ ਦੇ ਖੇਤਰ ਦੇ ਵਿੱਚ। ਤਾਂ ਉਹ ਜਿਹੜੀ ਆਵਾਜ਼ ਹੈ ਠੀਕ 15 ਸਾਲਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੀ ਨਵਜੋਤ ਸਿੱਧੂ ਨੇ ਉਠਾਈ ਸੀ, ਤਾਂ 7 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਲੋਕਾਂ ਦੀਆਂ ਨਜ਼ਰਾਂ ਨਵਜੋਤ ਸਿੱਧੂ ਤੇ ਟਿਕੀਆਂ ਰਹੀਆਂ। ਨਵਜੋਤ ਸਿੱਧੂ ਕਿਸ ਤਰੀਕੇ ਨਾਲ ਆਪਣੀ ਗੱਲ ਕਰਦਾ, ਇੰਨਾ ਕੁਝ ਪੰਜਾਬ 'ਚ ਕੈਪਟਨ ਅਮਰਿੰਦਰ ਨੇ ਉਹਨਾਂ ਦੇ ਖਿਲਾਫ ਬੋਲਿਆ ਨਹੀਂ, ਪਰ ਕਿਤੇ ਵੀ ਨਵਜੋਤ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਸ਼ਖਸੀਅਤ ਦੇ ਉੱਤੇ ਕੋਈ ਵਾਰ ਜਿਹੜਾ ਨਹੀਂ ਕੀਤਾ ਗਿਆ। ਤੇ ਅੱਜ ਫਿਰ ਜਿਸ ਪ੍ਰਸ਼ਨ ਜਿਹੜਾ ਤੁਸੀਂ ਮੈਨੂੰ ਪੁੱਛਿਆ, ਤੇ ਅੱਜ ਫਿਰ ਜਦੋਂ ਨਵਜੋਤ ਸਿੱਧੂ ਉਸ ਕਾਂਗਰਸ ਹਾਈ ਕਮਾਨ ਵੱਲੋਂ ਗਠਿਤ ਜਿਹੜੀ 3 ਮੈਂਬਰੀ ਉੱਚ ਕਮੇਟੀ ਦੇ ਸਾਹਮਣੇ ਪੇਸ਼ ਹੋਇਆ ਤਾਂ ਉਸ ਤੇ ਜਿਹੜੇ ਹੌਸਲੇ ਸਨ ਉਹ ਬੁਲੰਦ ਸਨ। ਔਰ ਜਦੋਂ ਮੀਟਿੰਗ ਤੋਂ ਉਹ ਕਰਨ ਤੋਂ ਬਾਅਦ ਆਇਆ ਉਸ ਵਕਤ ਵੀ ਉਹਦੇ ਚਿਹਰੇ ਤੇ ਜਿਹੜੀ ਖੁਸ਼ੀ ਸੀ, ਇੱਕ ਚਿਹਰੇ ਤੇ ਜਿਹੜਾ ਸਕੂਨ ਹੈ ਉਹ ਬੜਾ ਅਜੀਬੋ-ਗਰੀਬ ਕਿਸਮ ਦਾ ਸੀ। ਸਕੂਨ ਇਸ ਤਰੀਕੇ ਦਾ ਕਿ ਜਿਸ ਤਰੀਕੇ ਨਾਲ ਜਿਹੜੀ ਗੱਲ ਪਹਿਲਾਂ ਮੈਂ ਲੋਕਾਂ ਦੇ ਨਾਲ ਕਰਦਾ ਰਿਹਾ ਅੱਜ ਉਹਨਾਂ ਜ਼ਿੰਮੇਵਾਰ ਲੋਕਾਂ ਦੇ ਸਾਹਮਣੇ ਵੀ ਕਰ ਦਿੱਤੀਆਂ ਗਈਆਂ ਨੇ ਕਿ ਜਿਨ੍ਹਾਂ ਲੋਕਾਂ ਦਾ ਅਖੀਰ ਮੁੱਲੇ ਦੀ ਦੌੜ ਮਸੀਹ ਤੱਕ ਜਿਸ ਤਰੀਕੇ ਦੀ ਗੱਲ ਅਸੀਂ ਇੱਕ ਖਾਨ ਵਰਤਦੇ ਕਿ ਇੱਥੋਂ ਤੱਕ ਸੀ, ਮੈਂ ਇੱਥੇ ਵੀ ਗੱਲ ਕਹਿ ਰਿਹਾ। ਔਰ ਬਾਹਰ ਆਣ ਕੇ ਜਿਸ ਤਰੀਕੇ ਨਾਲ ਉਹਨੇ ਆਪਣੀਆਂ ਗੱਲਾਂ ਨੂੰ ਦਰਸਾਇਆ ਕਿ ਮੈਂ ਆਪਣੇ ਸਟੈਂਡ ਤੇ ਕਾਇਮ ਹਾਂ, ਕਾਇਮ ਸੀ, ਕਾਇਮ ਹਾਂ ਤੇ ਕਾਇਮ ਰਹਾਂਗਾ, ਤੇ ਪੰਜਾਬ ਦੇ ਲੋਕਾਂ ਦੇ ਨਾਲ ਮੈਂ ਧੋਖਾ ਜਿਹੜਾ ਨਹੀਂ ਹੁੰਦਾਗਾ, ਪੰਜਾਬ ਜਿੱਤੇਗਾ। ਔਰ ਜਿਹੜੀ ਗੱਲ ਹੈ ਉਹ ਗੱਲਾਂ ਬਿਲਕੁਲ ਕਾਇਮ, ਮੈਂ ਉਹਨਾਂ ਗੱਲਾਂ ਤੇ ਕਹਿ ਰਿਹਾ। ਤੇ ਜਦੋਂ ਆਪ ਉਹ ਗੱਲਾਂ ਕਹਿ ਰਿਹਾ ਸੀ ਤਾਂ ਉਸਦੇ ਚਿਹਰੇ ਤੇ ਇੱਕ ਜਿਹੜੀ ਖੁਸ਼ੀ, ਇੱਕ ਸਕੂਨ, ਖੁਸ਼ੀ ਤਾਂ ਮੈਂ ਨਹੀਂ ਕਹਿ ਸਕਦਾ, ਇੱਕ ਸਕੂਨ ਜਿਹੜਾ ਉਸਦੇ ਚਿਹਰੇ ਤੇ ਨਜ਼ਰ ਆ ਰਿਹਾ। ਬੜੀ ਜੋਸ਼ ਤੇ ਕੌਨਫੀਡੈਂਸ ਦੇ ਨਾਲ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਹੈ, ਜਿੱਤੇਗਾ ਪੰਜਾਬ, ਜਿੱਤਣਗੇ ਪੰਜਾਬੀ।
ਜਿਹੜੀ ਬੜੇ ਇਸ ਤਰੀਕੇ ਦੇ ਨਾਲ ਲੱਗ ਰਿਹਾ ਸੀ ਜਿਵੇਂ ਕੋਈ ਪੋਲਿੰਗ ਸਟੇਸ਼ਨ ਦੇ ਵਿੱਚੋਂ ਕੋਈ ਜਿੱਤ ਕੇ ਉਮੀਦਵਾਰ ਬਾਹਰ ਆ ਰਿਹਾ ਹੋਵੇ। ਜੀ ਮੈਂ ਉਹੀ ਗੱਲ ਕੀਤੀ ਹੈ ਕਿ ਸਕੂਨ ਜਿਹੜਾ ਸੀ ਉੱਥੇ ਚਿਹਰੇ ਤੇ ਨਜ਼ਰ ਆ ਰਿਹਾ ਸੀ, ਕਿਉਂਕਿ ਹੁਣ ਤੱਕ ਜਦੋਂ ਦੀ ਨਵਜੋਤ ਸਿੱਧੂ ਨੇ ਇੱਕ ਟਵੀਟ ਵਾਰ ਜਿਹੜੀ ਕੈਪਟਨ ਅਮਰਿੰਦਰ ਦੇ ਖਿਲਾਫ ਸ਼ੁਰੂ ਕੀਤੀ ਹੈ ਤਾਂ 1.5-2 ਮਹੀਨੇ ਹੋ ਚੱਲੇ ਆ, ਨਵਜੋਤ ਸਿੱਧੂ ਕਿਤੇ ਵੀ ਮੀਡੀਆ ਦੇ ਸਾਹਮਣੇ ਨਹੀਂ ਆਇਆ। ਤੁਸੀਂ ਆਪੇ ਹਿਸਾਬ ਲਾਓ 7 ਅਪ੍ਰੈਲ ਤੋਂ ਲੈ ਕੇ ਅੱਜ ਜਿਹੜੀ ਆ ਅੱਜ 1 ਜੂਨ ਹੋ ਗਈ ਆ, ਕੇਵਲ ਟਵੀਟਾਂ ਦੇ ਰਾਹੀਂ ਜਾਂ ਉਸ ਤੇ ਪੁਰਾਣੇ ਵੀਡੀਓਜ਼ ਜਿਹੜੇ ਉਹ ਸਾਹਮਣੇ ਆਉਂਦੇ ਰਹੇ ਨੇ, ਪਰ ਜਿਸ ਤਰੀਕੇ ਨਾਲ ਅੱਜ ਉਹਨਾਂ ਨੇ ਮੀਡੀਆ ਨਾਲ ਮੁਖਾਤਬ ਹੋ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਔਰ ਉਹਦੇ ਉੱਤੇ ਇੱਕ ਤਰੀਕੇ ਨਾਲ ਹਾਈਕਮਾਨ ਦੀ ਵੀ ਅਣਦਿਖਤੀ ਮੋਹਰ ਜਿਹੜੀ ਲਗਾ ਕੇ ਉਹਨਾਂ ਸਥਿਤੀਆਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਜਦੋਂ ਉਹ ਕਹਿ ਰਹੇ ਸਨ ਕਿ ਜਿੱਤੇਗਾ ਪੰਜਾਬ ਦੇ ਲੋਕ ਜਿੱਤਣਗੇ। ਸੋ ਕਹਿਣ ਦਾ ਅਰਥ ਇਹ ਹੈ ਕਿ ਨਵਜੋਤ ਸਿੱਧੂ ਉਹ ਸਾਰਾ ਕੁਝ ਅੰਦਰ ਦੱਸਣ ਵਿੱਚ ਸਫਲ ਰਿਹਾ ਜਿਨ੍ਹਾਂ ਨੂੰ ਲੈ ਕੇ ਉਹਨੇ ਪੰਜਾਬ ਦੇ ਵਿੱਚ ਇੱਕ ਅਣਐਲਾਨੀ ਜੰਗ, ਮੈਂ ਧਿਆਨ ਨਾਲ ਸ਼ਬਦ ਸੁਣਨੇ ਕਿ ਅਣਐਲਾਨੀ ਜੰਗ ਜਿਹੜੀ ਆ ਸ਼ੁਰੂ ਕੀਤੀ ਸੀ। ਔਰ ਜਾਂ ਐਲਾਨੀ ਜੰਗ, ਇਹਨੇ ਤਾਂ ਅਣਐਲਾਨੀ ਜੰਗ ਸ਼ੁਰੂ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਉਹਨੂੰ ਐਲਾਨੀ ਜੰਗ 'ਚ ਉਸ ਵੇਲੇ ਬਦਲ ਦਿੱਤਾ ਜਦੋਂ ਇੱਕ ਨਿੱਜੀ ਚੈਨਲ ਤੇ ਜਾ ਕੇ ਉਹਨਾਂ ਨੇ ਕੈਪਟਨ ਨਵਜੋਤ ਸਿੱਧੂ ਨੂੰ ਕਾਂਗਰਸ ਦੇ ਦਰਵਾਜ਼ੇ ਬੰਦ ਕਰਨ ਦਾ ਜਿਹੜਾ ਇੱਕ ਕਿਹਾ ਸੀ, ਇੱਕ ਬਿਆਨ ਦਿੱਤਾ ਸੀ। ਪਰ ਅੱਜ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਦੀ ਕਾਂਗਰਸ ਕਮੇਟੀ ਅੱਗੇ ਹਾਜ਼ਰੀ ਹੋਈ ਹੈ ਜਾਂ ਉਹਨਾਂ ਨੂੰ ਸੱਦਿਆ ਗਿਆ ਔਰ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਆਪਣਾ ਪੱਖ ਪੇਸ਼ ਕੀਤਾ ਜਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੇਸ਼ ਕੀਤਾ, ਤਾਂ ਸਿੱਧੂ ਸਾਹਿਬ ਮੈਨੂੰ ਉਸ ਵਕਤ ਅਚਾਨਕ ਕੈਪਟਨ ਅਮਰਿੰਦਰ ਸਿੰਘ ਦੀ ਉਹ ਸਥਿਤੀ ਯਾਦ ਆ ਰਹੀ ਸੀ ਜਦੋਂ ਇੱਕ ਉਹ ਨਿੱਜੀ ਅਖਬਾਰ ਦੇ ਚੈਨਲ ਨੂੰ ਇੰਟਰਵਿਊ ਦੇ ਕੇ ਇਹ ਗੱਲ ਕਹਿ ਰਹੇ ਸਨ ਕਿ ਮੇਰੇ ਵਾਸਤੇ ਕਾਂਗਰਸ ਤੇ ਮੇਰੇ ਵੱਲੋਂ ਕੈਪਟਨ ਨਵਜੋਤ ਸਿੱਧੂ ਦੇ ਦਰਵਾਜ਼ੇ ਜਿਹੜੇ ਕਾਂਗਰਸ ਦੇ ਬੰਦ ਨੇ। ਤਾਂ ਬੰਦਾ ਪੁੱਛੇ ਕਿ ਜਦੋਂ ਤੂੰ ਕਾਰੇ ਕੱਖ ਨਹੀਂ ਸਕਦਾ, ਸਥਿਤੀ ਤਾਂ ਇਹ ਸੀ ਕਿ ਜੇਕਰ ਤੁਸੀਂ ਏਡੇ ਕਦਾਵਰ ਨੇਤਾ ਜੇ ਔਰ ਤੁਸੀਂ ਇਹ ਸਮਝਦੇ ਜੇ ਕਿ ਤੁਸੀਂ ਉਹਦੇ ਦਰਵਾਜ਼ੇ ਬੰਦ ਕਰ ਸਕਦੇ, ਤਾਂ ਫਿਰ ਅੱਜ ਨਵਜੋਤ ਸਿੱਧੂ ਉਸ ਮੀਟਿੰਗ ਦੇ ਵਿੱਚ ਉਸ ਕਮੇਟੀ ਦੇ ਸਾਹਮਣੇ ਪੇਸ਼ ਨਾ ਹੁੰਦਾ ਜੇ ਕੈਪਟਨ ਅਮਰਿੰਦਰ ਦੀ ਝੱਲੀ ਹੁੰਦੀ ਜਾਂ ਉਹਨਾਂ ਦੀਆਂ ਕੇਵਲ ਉਹ ਫੋਕੀਆਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਧਮਕੀਆਂ ਸਨ ਕਿ ਜਿਸ ਤਰੀਕੇ ਨਾਲ ਉਹ ਹਮੇਸ਼ਾ ਹੀ ਇੱਕ ਡਰ ਦਾ ਇੱਕ ਸਹਿਮ ਦੀ ਅਵਸਥਾ ਪੈਦਾ ਕਰਕੇ ਵਿਧਾਇਕਾਂ ਨੂੰ ਆਪਣੇ ਥੱਲੇ ਨੱਪਦੇ ਰਹੇ ਨੇ। ਇਸ ਸਥਿਤੀ ਵੱਲ ਵੇਖੋ ਕਿਸੇ ਦਾ ਵੀ ਧਿਆਨ ਨਹੀਂ ਗਿਆ। ਅਚਾਨਕ ਗੱਲਾਂ ਬਾਤਾਂ ਕਰਦਿਆਂ ਚਰਚਾ 'ਚ ਇਹ ਸਾਹਮਣੇ ਗੱਲ ਆ ਗਈ ਕਿ ਅਮਰਿੰਦਰ ਸਿੰਘ ਉਹਨਾਂ ਨੇ ਕਾਂਗਰਸ ਦੇ ਦਰਵਾਜ਼ੇ ਬੰਦ ਕਰਨ ਦੀ ਗੱਲ ਕੀਤੀ ਸੀ, ਪਰ ਨਵਜੋਤ ਸਿੱਧੂ ਅੱਜ ਉਹਨਾਂ ਦਰਵਾਜ਼ਿਆਂ ਨੂੰ ਪਾਰ ਕਰਦਾ ਹੋਇਆ ਉਸ ਹਾਈਕਮਾਨ ਦੇ ਸਾਹਮਣੇ ਬੈਠਾ ਸੀ ਜਿੱਥੇ ਕੱਲ ਨੂੰ ਜਾਂ ਪਰਸੋਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵੀ ਬਹਿਣਾ। ਤਾਂ ਫਿਰ ਬੰਦੇ ਨੂੰ ਗੱਲ ਉਨੀ ਕੀ ਹੀ ਕਰਨੀ ਚਾਹੀਦੀ ਹੈ ਜਿੰਨੀ ਕੁ ਬੰਦਾ ਪੁੱਗਦੀ ਕਰ ਸਕੇ। ਪੰਜਾਬ ਦੀਆਂ ਸਥਿਤੀਆਂ ਅਲੱਗ ਨੇ, ਹਾਈਕਮਾਨ ਦੀਆਂ ਸਥਿਤੀਆਂ ਅਲੱਗ ਨੇ। ਸੋ ਨਵਜੋਤ ਸਿੱਧੂ ਦਾ ਅੱਜ ਉੱਥੇ ਜਾਣਾ ਔਰ ਰਾਹੁਲ ਗਾਂਧੀ ਦਾ ਉਹਦੇ ਨਾਲ ਫੋਨ ਤੇ ਗੱਲਬਾਤ ਹੋਣੀ ਔਰ ਉਹਦੇ ਨਾਲ ਫੋਨ ਤੋਂ ਗੱਲਬਾਤ ਹੋਣ ਤੋਂ ਬਾਅਦ ਜਿਹੜੇ ਹੌਸਲੇ ਬੁਲੰਦ ਹੋਣੇ ਔਰ ਕੈਪਟਨ ਅਮਰਿੰਦਰ ਦੇ ਖੇਮੇ ਦੇ ਵਿੱਚ ਬੁਖਲਾਹਟ ਦਾ ਪੈਦਾ ਹੋਣਾ ਔਰ ਪੰਜਾਬ ਦੀ ਸੀਆਈਡੀ ਜਾਂ ਖੁਫੀਆ ਤੰਤਰ ਨੂੰ ਨਵਜੋਤ ਸਿੱਧੂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਵਾਸਤੇ ਕਹਿਣਾ, ਇਹ ਸਾਰਾ ਕੁਝ ਇਹ ਦੱਸਦਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੈਰਾਂ ਹੇਠੋਂ ਵੀ ਜਿਸ ਤਰ੍ਹਾਂ ਅਸੀਂ ਅੱਗੇ ਕਹਿੰਦੇ ਕਿ ਧਰਤ ਜਿਹੜੀ ਖੁਸਦੀ ਜਾ ਰਹੀ ਆ, ਹੁਣ ਖੁਸਦੀ ਨਹੀਂ ਹੁਣ ਖੁਰਦੀ ਜਾ ਰਹੀ ਹੈ। ਇਸ ਦਾ ਅਹਿਸਾਸ ਉਹਨਾਂ ਨੂੰ ਹੋ ਗਿਆ ਔਰ ਜਿਸ ਕਰਕੇ ਉਹਨਾਂ ਨੇ ਕੱਲ ਮੀਟਿੰਗ ਦੇ ਕੱਲ ਉਹਨਾਂ ਦੀ ਵਾਰੀ ਸੀ, ਕੱਲ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਕਮੇਟੀ ਵੱਲੋਂ, ਤਾਂ ਉਹਨਾਂ ਨੇ ਕੱਲ ਕੈਬਨਿਟ ਦੀ ਮੀਟਿੰਗ ਰੱਖ ਲਈ। ਕੈਬਨਿਟ ਦੀ ਮੀਟਿੰਗ ਰੱਖਣ ਤੋਂ ਬਾਅਦ ਅਣਖੀ ਸਾਹਿਬ ਆਪਾਂ ਇਸ ਪਾਸੇ ਵੀ ਆਉਨੇ ਆ, ਪਰ ਇੱਕ ਵਾਰੀ ਆਪਾਂ ਦਰਸ਼ਕਾਂ ਨੂੰ ਇਹ ਸਮਝਾ ਦਈਏ ਕਿ ਨਵਜੋਤ ਸਿੰਘ ਸਿੱਧੂ ਨੇ ਅੰਦਰ ਕਿਸ ਤਰੀਕੇ ਨਾਲ ਮਾਹੌਲ ਜਿਹੜਾ ਗਰਮਾਇਆ ਜਦੋਂ ਨਵਜੋਤ ਸਿੰਘ ਸਿੱਧੂ ਗਏ। ਜਦੋਂ ਕਿ ਇੱਕ ਤਾਂ ਉਦੋਂ ਹੀ ਮਾਹੌਲ ਬਣ ਗਿਆ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਗੱਡੀ ਹੋਈ ਸਿੱਧੀ ਅੰਦਰ ਚਲੀ ਗਈ, ਤਾਂ ਫਿਰ ਬਹੁਤ ਸਾਰੇ ਲੋਕ ਸੋਚ ਰਹੇ ਸੀਗੇ ਕਿ ਭਾਈ ਬਾਹਰ ਤਾਂ ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਬੜਾ ਬੋਲਦੇ ਆ, ਜਦੋਂ ਹਾਈ ਕਮਾਨ ਦੇ ਅੱਗੇ ਗੱਲਾਂ ਰੱਖਣ ਦਾ ਮੌਕਾ ਆਊਗਾ ਕਿ ਕਿਤੇ ਉਦੋਂ ਝਿਜਕ ਤਾਂ ਨਹੀਂ ਜਾਣਗੇ, ਕਿਤੇ ਇੱਦਾਂ ਤਾਂ ਨਹੀਂ ਹੋ ਜੂ, ਉੱਦਾਂ ਤਾਂ ਨਹੀਂ ਹੋ ਜੂ। ਅੰਦਰ ਕਿਹੋ ਜਿਹੀ ਪਰਿਸਥਿਤੀ ਸੀ? ਨਵਜੋਤ ਸਿੰਘ ਸਿੱਧੂ ਨੇ ਅੰਦਰਲੀਆਂ ਜਿਹੜੀਆਂ ਗੱਲਾਂ ਕੀ ਕੁਝ ਕੀਤੀਆਂ? ਦੇਖੋ, ਇਹ ਜਿਸ ਤਰ੍ਹਾਂ ਤੁਸੀਂ ਇਹ ਗੱਲ ਸਟਾਰਟ ਤੇ ਕੀਤੀ ਹੈ ਕਿ ਜਦੋਂ ਸਟਾਰਟਿੰਗ ਦੇ ਕੀ ਸੀ ਕਿ ਵੱਡੀ ਗੱਲ ਤਾਂ ਨਵਜੋਤ ਸਿੱਧੂ ਦੀ ਜਿੱਤ ਤਾਂ ਉਸ ਵਕਤ ਜਾਂ ਉਸ ਤੇ ਵੱਡੇ ਕੱਦ ਦਾ ਉਦੋਂ ਹੀ ਪਤਾ ਲੱਗ ਰਿਹਾ ਸੀ ਕਿ ਜਦੋਂ ਮੀਟਿੰਗ ਵਿੱਚ ਸ਼ਾਮਲ ਹੋਣ ਵਾਸਤੇ ਗਿਆ ਤਾਂ ਉਹਦੀ ਜਿਹੜੀ ਗੱਡੀ ਸੀ ਬਿਲਕੁਲ ਸਿੱਧੀ ਅੰਦਰ ਗਈ। ਜਦੋਂ ਕਿ ਕੱਲ ਦੀ ਡੇਟ ਦੇ ਵਿੱਚ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਜਾਂ ਹੋਰ ਵਿਧਾਇਕ ਸੀ, ਮਨਪ੍ਰੀਤ ਈਵਨ ਕੇ ਬਾਦਲ ਵੀ ਜਦੋਂ ਉਹ ਕੱਲ ਗਏ ਤਾਂ ਉਹਨਾਂ ਈਵਨ ਕੇ ਸੁਨੀਲ ਜਾਖੜ ਜਿਹੜਾ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੂੰ ਵੀ ਪੈਦਲ ਚੱਲ ਕੇ ਗੱਡੀਆਂ ਤੋਂ ਉੱਤਰ ਕੇ ਉੱਥੇ ਜਾਣਾ ਪਿਆ। ਪਰ ਨਵਜੋਤ ਸਿੱਧੂ ਦੀ ਅਗਰ ਸਿੱਧੀ ਗੱਡੀ ਉੱਥੋਂ ਤੱਕ ਜਾਂਦੀ ਹੈ ਤਾਂ ਇਹ ਬੜਾ ਵੱਡਾ ਸੰਦੇਸ਼ ਸੀ ਕਿ ਨਵਜੋਤ ਸਿੱਧੂ ਦਾ ਕੱਦ ਜਿਹੜਾ ਹੁਣ ਪਹਿਲਾਂ ਵਾਲਾ ਨਹੀਂ ਹੈ। ਉਹ ਉਸੇ ਤਰ੍ਹਾਂ ਹੀ ਆ ਕਿਉਂਕਿ ਕੱਲ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਣੀ ਜਾਣਗੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਪੰਜਾਬ ਦੇ ਮੁੱਖ ਮੰਤਰੀ ਤੇ ਜਨਰਲ ਪਲੱਸ ਵੋਟਿੰਗ ਕਰਕੇ ਇਹਨਾਂ ਦੀ ਗੱਡੀ ਵੀ ਉੱਥੋਂ ਦੀ ਉੱਥੇ ਸਿੱਧੀ ਜਾਣੀ ਹੈ ਜਿੱਥੇ ਅੱਜ ਨਵਜੋਤ ਸਿੱਧੂ ਦੀ ਗਈ। ਤਾਂ ਇਸ ਤਰੀਕੇ ਨਾਲ ਕਾਂਗਰਸ ਹਾਈ ਕਮਾਨ ਨੇ ਦੋਵਾਂ ਨੇਤਾਵਾਂ ਦਾ ਕੱਦ ਨੂੰ ਬਰਾਬਰ ਰੱਖਣ ਦਾ ਯਤਨ ਕਰਦੇ ਆ ਇਹ ਸਥਿਤੀ ਨੂੰ ਮੌਕਾ ਜਿਹੜਾ ਨਵਜੋਤ ਸਿੱਧੂ ਨੂੰ ਦਿੱਤਾ ਜਾਂ ਨਵਜੋਤ ਸਿੱਧੂ ਉਸ ਮੌਕੇ ਦੀ ਅਸੀਂ ਕਹਿ ਸਕਦੇ ਉਸ ਸਥਿਤੀ ਦੇ ਦਾਅਵੇਦਾਰ ਹਨ ਕਿ ਜਿਹੜਾ ਮਾਨ ਜਿਹੜਾ ਉਹਨਾਂ ਨੂੰ ਦਿੱਤਾ ਗਿਆ। ਕਿਉਂਕਿ ਕੱਲ ਨੂੰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਾਣਾ
ਜਾਂ ਕੱਲ ਜਾਂਦੇ ਜਾਂ ਪਰਸੋਂ ਜਾਣਾ ਤਾਂ ਉਹਨਾਂ ਦੀ ਗੱਡੀ ਵੀ ਇਸੇ ਤਰੀਕੇ ਨਾਲ ਅੱਗੇ ਜਾਣੀ ਹੈ। ਤਾਂ ਇਹ ਜੇਕਰ ਅੱਜ ਨਵਜੋਤ ਸਿੱਧੂ ਪੈਦਲ ਜਾਂਦੇ ਤਾਂ ਇਸ ਦਾ ਵੀ ਇੱਕ ਗਲਤ ਸੰਦੇਸ਼ ਜਾਂਦਾ ਸੀ, ਪਰ ਇਸ ਸੰਦੇਸ਼ ਦਾ ਉਸ ਦਾ ਗੱਡੀ ਤੇ ਸਵਾਰ ਹੋ ਕੇ ਉਸ ਦੀਵਾਰ ਤੱਕ ਪਹੁੰਚਣਾ, ਉਹ ਤੋਂ ਉਤਰਨਾ ਇੱਕ ਕਿਸਮ ਦਾ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕਾਂਗਰਸ ਹਾਈਕਮਾਨ ਮੰਨ ਚੁੱਕੀ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਤੋਂ ਬਾਅਦ ਇੱਕ ਕਦਾਵਰ ਨੇਤਾ ਨੇ ਜਿਨ੍ਹਾਂ ਦਾ ਖੇਡਿਆ ਜਾ ਸਕਦਾ। ਔਰ ਦੂਜੇ ਬੰਨੇ ਜਦੋਂ ਨਵਜੋਤ ਸਿੱਧੂ ਅੰਦਰੋਂ ਮੀਟਿੰਗ ਤੋਂ ਬਾਹਰ ਆਏ ਤਾਂ ਉਹਨਾਂ ਨੇ ਦੱਸਿਆ ਕਿ ਅੰਦਰ ਜਿਹੜੀ ਗੱਲ ਆ ਬੜੀ ਖੁਸ਼ਗਵਾਰ ਤਰੀਕੇ ਨਾਲ ਹੋਈ ਆ, ਲੋਕ ਮੁੱਦਿਆਂ ਦੀ ਜਿਹੜੀ ਗੱਲ ਉਹ ਇੱਥੇ ਉਠਾਉਂਦੇ ਰਹੇ ਨੇ ਉਹੀ ਗੱਲ ਉਹਨਾਂ ਨੇ ਉਠਾਈ। ਔਰ ਦੂਜੇ ਪਾਸੇ ਇਹ ਗੱਲ ਸੀ ਕਿ ਜਿਹੜੇ 3 ਮੈਂਬਰੀ ਕਮੇਟੀ ਦੇ ਮੈਂਬਰ ਸਨ ਉਹਨਾਂ ਨੇ ਪੂਰਨ ਤੌਰ ਤੇ ਨਵਜੋਤ ਸਿੱਧੂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ ਔਰ ਉਹਨਾਂ ਉੱਤੇ ਆਪਣੀ ਜਿਹੜੀ ਹੈ ਸਹਿਮਤੀ ਦੀ ਮੋਹਰ ਲਾਈ, ਜਿਸ ਕਰਕੇ ਅਸੀਂ ਇਹ ਗੱਲ ਕਹਿ ਸਕਦੇ ਕਿ ਸਥਿਤੀਆਂ ਜਿਹੜੀਆਂ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਕੁਝ ਹੋਰ ਤਰ੍ਹਾਂ ਦੀਆਂ ਹੋ ਸਕਦੀਆਂ ਨੇ। ਇਹ ਗੱਲ ਮੈਂ ਇਹ ਵੀ ਕਹਿਦਾ ਕਿਉਂਕਿ ਜਿਹੜਾ ਰੂਖ ਢੰਗ ਸੀ ਜਿਹੜੀ ਕਮੇਟੀ ਦਾ ਉਹ ਨਵਜੋਤ ਸਿੱਧੂ ਦੇ ਪ੍ਰਤੀ ਅੱਜ ਨਹੀਂ ਬੜੇ ਦਿਨਾਂ ਦਾ ਹੀ ਬਦਲਿਆ ਸੀ। ਔਰ ਸ਼ਾਇਦ ਸਭ ਤੋਂ ਜ਼ਿਆਦਾ ਬਦਲਣ ਦਾ ਕਾਰਨ ਇਹ ਹੈ ਕਿ ਬੀਤੀ ਸ਼ਾਮ ਜਦੋਂ ਰਾਹੁਲ ਗਾਂਧੀ ਵੱਲੋਂ ਬਕਾਇਦਾ ਨਵਜੋਤ ਸਿੱਧੂ ਨਾਲ ਫੋਨ ਕਰਕੇ ਸਾਰੀ ਜਾਣਕਾਰੀ ਇਕੱਤਰ ਕੀਤੀ ਗਈ ਔਰ ਉਹ ਫੋਨ ਜਿਹੜਾ ਹੈ ਰਾਹੁਲ ਗਾਂਧੀ ਦਾ ਔਰ ਜਿਹੜਾ ਨਵਜੋਤ ਸਿੱਧੂ ਦਾ ਹੋਇਆ, ਉਸ ਫੋਨ ਤੋਂ ਬਾਅਦ ਹੀ ਕਾਂਗਰਸੀ ਸਭਾ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਕੈਂਪ ਦੇ ਵਿੱਚ ਜਿਹੜੀ ਹਲਚਲ ਹੋਈ ਆ ਉਸ ਹਲਚਲ ਦਾ ਨਤੀਜਾ ਹੀ ਕੱਲ ਦੀ ਕੈਬਨਿਟ ਮੀਟਿੰਗ ਦਾ ਰੱਖਣਾ ਔਰ ਕਾਂਗਰਸ ਹਾਈਕਮਾਨ ਵੱਲੋਂ ਗਠਿਤ ਕਮੇਟੀ ਦਾ ਨਵਜੋਤ ਸਿੱਧੂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਣਾ ਔਰ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੂੰ ਆਣ ਕੇ ਬਾਅਦ ਮੀਡੀਆ ਨਾਲ ਗੱਲ ਕੀਤੀ ਔਰ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਦੀਆਂ ਗੱਲਾਂ ਦੀ ਪ੍ਰੋੜਤਾ ਸਹਿਮਤੀ ਪ੍ਰਗਟ ਕੀਤੀ ਗਈ ਹੈ ਕਮੇਟੀ ਵੱਲੋਂ। ਬਾਕੀ ਉਹਨਾਂ ਨੇ ਇਹ ਗੱਲ ਕਹੀ ਕਿ ਜਿੱਤੇਗਾ ਪੰਜਾਬ ਦੇ ਲੋਕ ਜਿੱਤਣਗੇ, ਪੰਜਾਬ ਦੇ ਲੋਕ ਹਾਰਨਗੇ ਨਹੀਂ। ਤਾਂ ਅੰਦਰ ਜਿਹੜੀ ਹੈ ਗੱਲ ਜਿਹੜੀ ਬਾਤ ਹੈ ਉਹ ਨਵਜੋਤ ਸਿੱਧੂ ਦੇ ਉਹਨਾਂ ਮੁੱਦਿਆਂ ਨੂੰ, ਜਿਹੜੇ ਮੁੱਦੇ ਨਸ਼ੇ ਦੇ ਸੰਬੰਧੀ ਸਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਪਿੱਛੇ ਨਾ ਟੱਕਣ, ਤਾਂ ਕੈਪਟਨ ਅਮਰਿੰਦਰ ਸਿੰਘ ਦਾ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨਾਲ ਮਿਲੇ ਰਹਿਣਾ, ਇਹ ਸਾਰੀਆਂ ਉਹ ਗੱਲਾਂ ਸਨ ਜਿਨ੍ਹਾਂ ਦਾ ਨਵਜੋਤ ਸਿੱਧੂ ਪਹਿਲਾਂ ਤਾਂ ਟਵੀਟਸ ਤੇ ਰਾਹੀਂ ਰੌਲਾ ਪਾਉਂਦੇ ਰਹੇ ਤੇ ਅੱਜ ਉਸਨੇ ਜਾ ਕੇ ਕਮੇਟੀ ਨੂੰ ਬਕਾਇਦਾ ਹਰ ਚੀਜ਼ ਜਿਹੜੀ ਹੈ ਸਾਹਮਣੇ ਰੱਖੀ ਆ ਔਰ ਕਮੇਟੀ ਨੇ ਵੀ ਇਹ ਗੱਲ ਕਹੀ ਆ ਕਿ ਨਸ਼ੇ ਦੀ ਸਮੱਸਿਆ ਜਿਹੜੀ ਹੈ ਪੰਜਾਬ ਦੇ ਵਿੱਚ ਬੜੀ ਗੰਭੀਰ ਸਮੱਸਿਆ, ਕੇਵਲ ਪੰਜਾਬ 'ਚ ਹੀ ਨਹੀਂ ਦੇਸ਼ ਦੇ ਵਿੱਚ ਹੀ ਇਹਨੂੰ ਖਤਮ ਹੋਣਾ ਚਾਹੀਦਾ। ਤਾਂ ਇਸ ਤਰੀਕੇ ਨਾਲ ਕਮੇਟੀ ਨੇ ਉਹਨਾਂ ਤੇ ਸਹਿਮਤੀ ਪ੍ਰਗਟ ਕੀਤੀ ਹੈ। ਜੀ ਸਰ, ਇਹ ਤਾਂ ਗੱਲ ਫਿਰ ਨਵਜੋਤ ਸਿੰਘ ਸਿੱਧੂ ਦੀ ਸੀ। ਉਸ ਤੋਂ ਬਾਅਦ ਫਿਰ ਪ੍ਰਗਟ ਸਿੰਘ ਦੀ ਜਿਹੜੀ ਮੀਟਿੰਗ ਹੋਈ ਹੈ ਉਹ ਕਿਸ ਤਰੀਕੇ ਦੀ ਰਹੀ? ਪ੍ਰਗਟ ਸਿੰਘ ਨੇ ਕਿਸ ਤਰੀਕੇ ਦੇ ਨਾਲ ਮੁੱਦੇ ਜਿਹੜੇ ਅੰਦਰ ਚੁੱਕੇ? ਦੇਖੋ, ਪ੍ਰਗਟ ਸਿੰਘ ਹੁਣੀ ਨਵਜੋਤ ਸਿੱਧੂ ਦੇ ਸਾਥੀ ਆਪਾਂ ਕਹਿੰਦੇ ਇਹਨਾਂ ਲੋਕਾਂ ਦੋਵੇਂ ਸਾਥੀ ਨੇ। ਪ੍ਰਗਟ ਸਿੰਘ ਸਿੱਧੂ ਵੱਲੋਂ ਪ੍ਰਗਟ ਸਿੰਘ ਵੱਲੋਂ ਵੀ ਬੀਤੇ ਦੌਰ 'ਚ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਦੇ ਪ੍ਰਤੀ ਜਿਹੜੀਆਂ ਆਵਾਜ਼ਾਂ ਉਠਾਈਆਂ ਜਾਂਦੀਆਂ ਰਹੀਆਂ ਨੇ, ਪਰ ਸਿੱਧੂ ਸਾਹਿਬ ਲੋਕਾਂ ਦਾ ਜ਼ਿਆਦਾ ਧਿਆਨ ਬੇਸ਼ੱਕ ਇਸ ਜੋੜੀ ਤੇ ਸੀ, ਪਰ ਇਸ ਜੋੜੀ ਦੇ ਹੋਣ ਦੇ ਬਾਵਜੂਦ ਵੀ ਨਵਜੋਤ ਸਿੱਧੂ ਤੇ ਜ਼ਿਆਦਾ ਧਿਆਨ ਫੋਕਸ ਸੀ। ਤਾਂ ਨਵਜੋਤ ਸਿੱਧੂ ਦੀ ਅਸੀਂ ਗੱਲ ਕਰਨ ਤੋਂ ਬਾਅਦ ਪ੍ਰਗਟ ਸਿੰਘ ਦੀ ਗੱਲ ਕਰਦੇ ਹਾਂ ਤਾਂ ਪ੍ਰਗਟ ਸਿੰਘ ਨਾਲ ਜਿਹੜਾ ਕੈਪਟਨ ਅਮਰਿੰਦਰ ਦਾ ਜਿਹੜਾ ਵਾਦ ਵਿਵਾਦ ਚੱਲ ਰਿਹਾ ਉਹ ਇੱਕ ਨਿੱਜੀ ਪੱਧਰ ਤੇ ਆ ਚੁੱਕਾ। ਪਹਿਲਾਂ ਤਾਂ ਇੱਕ ਵਿਧਾਇਕ ਦਾ ਆਪਣੇ ਕੈਪਟਨ ਨੂੰ, ਆਪਣੀ ਅਗਵਾਈ ਕਰਨ ਵਾਲੇ ਵਿਅਕਤੀ ਨੂੰ ਉਹਦੀਆਂ ਜ਼ਿੰਮੇਵਾਰੀਆਂ ਦਰਸਾਉਣ ਜਾਂ ਆਪਣੀ ਕਾਰਜਸ਼ੈਲੀ ਵਿੱਚ ਸੁਧਾਰ ਕਰਨ ਪ੍ਰਤੀ ਇੱਕ ਸਲਾਹ ਦੇਣਾ ਸੀ, ਚਿੱਠੀਆਂ ਲਿਖ ਕੇ, ਜਿਸ ਤਰੀਕੇ ਨਾਲ ਪ੍ਰਗਟ ਸਿੰਘ ਕਰਦੇ ਰਹੇ। ਔਰ ਪ੍ਰਗਟ ਸਿੰਘ ਵਾਰ-ਵਾਰ ਇਹ ਰੌਲਾ ਪਾਉਂਦੇ ਰਹੇ ਕਿ ਮੇਰੀ ਉੱਤੇ ਸੁਣਵਾਈ ਜਿਹੜੀ ਹੈ ਨਹੀਂ ਹੋ ਰਹੀ, ਮੈਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ। ਈਵਨ ਕਿ ਮੀਟਿੰਗ ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਹਦੇ ਸੰਬੰਧੀ ਗੱਲਾਂ ਕਰਦੇ ਸਨ ਤਾਂ ਕੈਪਟਨ ਅਮਰਿੰਦਰ ਵੱਲੋਂ ਕਦੇ ਵੀ ਉਹਨਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਤੇ ਫਿਰ ਪ੍ਰਗਟ ਸਿੰਘ ਦੀ ਔਰ ਕੈਪਟਨ ਅਮਰਿੰਦਰ ਸਿੰਘ ਦਾ ਇਹ ਵਾਦ ਵਿਵਾਦ ਉਸ ਦਿਨ ਨਿੱਜੀ ਲੜਾਈ 'ਚ ਬਦਲ ਗਿਆ, ਜਿਸ ਦਿਨ ਕੈਪਟਨ ਸੰਦੀਪ ਸੰਧੂ ਵੱਲੋਂ ਪ੍ਰਗਟ ਸਿੰਘ ਨੂੰ ਇੱਕ ਥ੍ਰੈਟ ਜਿਹੜਾ ਉਹ ਕੀਤਾ ਗਿਆ ਕਿ ਤੇਰੀਆਂ ਫਾਈਲਾਂ ਖੋਲਣ ਦਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਪ੍ਰਗਟ ਸਿੰਘ ਨੇ ਜਾ ਕੇ ਇਸ ਕਮੇਟੀ ਦੇ ਅੱਗੇ ਰੱਖੀਆਂ ਕਿ ਸਾਡਾ ਕਸੂਰ ਕੀ ਆ। ਕਿਉਂਕਿ ਇੱਕ ਗੱਲ ਮੈਂ ਦੱਸਦਾ, ਪ੍ਰਗਟ ਸਿੰਘ, ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਬਾਦਲ ਇਹ ਵਾਇਆ ਦਿੱਲੀ ਆਏ ਸਨ ਪੰਜਾਬ ਕਾਂਗਰਸ ਦੇ ਵਿੱਚ। ਇਸ ਗੱਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹ ਵਾਇਆ ਦਿੱਲੀ ਆਏ ਸਨ। ਤਾਂ ਜਿਹੜੇ ਵਾਇਆ ਦਿੱਲੀ ਆਉਂਦੇ ਨੇ ਬੇਸ਼ੱਕ ਉਹਨਾਂ ਦੀ ਸਥਿਤੀ ਨੈਚੁਰਲੀ ਤੌਰ ਤੇ ਅਲੱਗ ਹੁੰਦੀ ਹੈ। ਮਨਪ੍ਰੀਤ ਬਾਦਲ ਦੀ ਜਿਹੜੀ ਸਥਿਤੀ ਹੈ, ਮਨਪ੍ਰੀਤ ਬਾਦਲ ਨੇ ਟਿਕਟ ਵਾਸਤੇ ਕਦੇ ਅਪਲਾਈ ਨਹੀਂ ਸੀ ਕੀਤਾ, ਟਿਕਟ ਜਿਹੜੀ ਉਹਨੂੰ ਵਾਇਆ ਦਿੱਲੀ ਜਿਹੜੀ ਆਈ। ਉਸੇ ਤਰ੍ਹਾਂ ਪ੍ਰਗਟ ਸਿੰਘ ਜਿਹੜਾ ਸੀ, ਪ੍ਰਗਟ ਸਿੰਘ ਦਾ ਸੰਬੰਧ ਵੀ ਜਿਹੜੇ ਉਹ ਰਾਹੁਲ ਗਾਂਧੀ ਔਰ ਪ੍ਰਿਅੰਕਾ ਗਾਂਧੀ ਨਾਲ ਸਨ। ਬੇਸ਼ੱਕ ਉਹਨਾਂ ਨੂੰ ਕਦੇ ਮਿਲਿਆ ਜਾਂ ਨਹੀਂ ਮਿਲਿਆ, ਪਰ ਪ੍ਰਗਟ ਸਿੰਘ ਦੀ ਜਿਹੜੀ ਇਮੇਜ ਹੈ ਕਾਂਗਰਸ ਹਾਈ ਕਮਾਂਡ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੇ ਥਰੂ ਹੀ ਮੰਨਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਥਰੂ ਹੀ ਜਿਹੜੀ ਇਹਨਾਂ ਦੀ ਅਪਰੋਚ ਸੀਗੀ ਹਾਈ ਕਮਾਂਡ ਤੱਕ ਵੀ। ਉਹ ਕਹਿੰਦੇ ਕਿ ਮੇਰੀ ਸਿੱਧੀ ਅਪਰੋਚ ਨਹੀਂ ਹੈ, ਉਹਦਾ ਨਵਜੋਤ ਸਿੰਘ ਸਿੱਧੂ ਦੇ ਹਿੱਸੇ ਦੇ ਵਿੱਚੋਂ ਜਿਸ ਤਰੀਕੇ ਦੇ ਨਾਲ ਪ੍ਰਗਟ ਸਿੰਘ ਮੰਨੇ ਜਾਂਦੇ ਰਹੇ। ਚਲੋ ਆਪਾਂ ਨਵਜੋਤ ਸਿੱਧੂ ਦੀ ਗੱਲ ਆਪਾਂ ਤਾਂ ਵਾਇਆ ਦਿੱਲੀ ਗੱਲ ਕਰਾਂਗੇ ਨਾ, ਗੱਲ ਤੇ ਵਾਇਆ ਦਿੱਲੀ ਆਏ ਹੀ। ਤਾਂ ਗੱਲ ਇਹ ਹੈਗੀ ਕਿ ਜਿਹੜਾ ਪ੍ਰਗਟ ਸਿੰਘ ਇਮੇਜ ਆ ਕਾਂਗਰਸ ਹਾਈ ਕਮਾਂਡ ਦੀਆਂ ਨਜ਼ਰਾਂ ਦੇ ਵਿੱਚ ਇੱਕ ਇਮਾਨਦਾਰ ਨੇਤਾ ਵਾਲਾ ਹੈ। ਪ੍ਰਗਟ ਸਿੰਘ ਦੀ ਮੈਂ ਗੱਲ ਕਰ ਰਿਹਾ
ਕਿਉਂਕਿ ਉਹ ਬੰਦੇ ਨੇ ਪਹਿਲਾਂ ਕਾਂਗਰਸ, ਜਦੋਂ ਰਾਹੁਲ ਗਾਂਧੀ ਨੇ ਜਦੋਂ ਉਹ ਸਲਾਹ ਮਸ਼ਵਰਾ ਕਰਕੇ ਪੰਜਾਬ ਕਾਂਗਰਸ ਦੇ ਵਿੱਚ ਉਹਨਾਂ ਨੇ ਜਦੋਂ ਐਂਟਰ ਕੀਤਾ ਤਾਂ ਕਈ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ, ਸੁਖਬੀਰ ਬਾਦਲ ਦੇ ਬੜੇ ਕਲੋਜ਼ ਉਹਨਾਂ ਦਿਨਾਂ 'ਚ ਮੰਨੇ ਜਾਣ। ਜਦੋਂ ਟੁੱਟ ਕੇ ਇਸ ਬੰਨੇ ਆਏ ਤਾਂ ਰਾਹੁਲ ਗਾਂਧੀ ਦੇ ਰਾਹੀਂ ਆਏ। ਕਹਿਣ ਦਾ ਭਾਵ ਕਿ ਜਿਹੜੀ ਇਮੇਜ ਆ ਪ੍ਰਗਟ ਸਿੰਘ ਦੀ ਇੱਕ ਸਾਫ਼ ਸੁਥਰੀ ਇਮੇਜ ਆ, ਤਾਂ ਉਹ ਸਾਫ਼ ਸੁਥਰੀ ਇਮੇਜ ਦੀ ਬਦੌਲਤ ਹੀ, ਉਸ ਕਾਰਨ ਹੀ ਪ੍ਰਗਟ ਸਿੰਘ ਨੇ ਜਿਹੜੀ ਆਪਣੀ ਗੱਲ ਆ ਉਹ ਇਸ ਕਮੇਟੀ ਦੇ ਅੱਗੇ ਰੱਖੀ ਕਿ ਕਿਸ ਤਰੀਕੇ ਨਾਲ ਕੈਪਟਨ ਸੰਦੀਪ ਸੰਧੂ ਵੱਲੋਂ ਉਹਨਾਂ ਨੂੰ ਥ੍ਰੈਟ ਕੀਤਾ ਗਿਆ ਜਾਂ ਕਿਸ ਤਰੀਕੇ ਨਾਲ ਉਹਨਾਂ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਦੀਆਂ ਗੱਲਾਂ ਨੂੰ ਪਿੱਛੇ ਕੀਤਾ ਜਾ ਰਿਹਾ ਹੈ। ਸੋ ਪ੍ਰਗਟ ਸਿੰਘ ਹੋਣਾ ਵੱਲੋਂ ਵੀ ਲੋਕ ਮੁੱਦਿਆਂ ਦੀ, ਪੰਜਾਬ ਦੇ ਉਹ ਮੁੱਦੇ ਜਿਨ੍ਹਾਂ ਵੱਲੋਂ ਉਹ ਸਮੇਂ-ਸਮੇਂ ਤੇ ਗੱਲ ਉਠਾਉਂਦੇ ਰਹੇ ਨੇ, ਪ੍ਰਗਟ ਸਿੰਘ ਨੇ ਉਹ ਗੱਲ ਕੀਤੀ। ਔਰ ਦੂਜਾ ਉਹਨਾਂ ਨੇ ਜਿਹੜੀ ਵੱਡੀ ਗੱਲ ਇਹ ਗੱਲ ਕੀਤੀ ਕਿ ਜੇਕਰ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਇਹ ਚਾਹੁੰਦੀ ਹੈ ਕਿ 2022 ਦੀਆਂ ਚੋਣਾਂ ਦੁਬਾਰਾ ਜਿੱਤੀਆਂ ਜਾਣ ਤਾਂ ਫਿਰ ਕਾਂਗਰਸ ਪਾਰਟੀ ਨੂੰ ਵਿਧਾਇਕਾਂ ਦੇ, ਪੰਜਾਬ ਦੇ ਨਾਲ ਸੰਬੰਧਿਤ ਵਿਧਾਇਕਾਂ ਦੀਆਂ ਸਲਾਹਾਂ ਨੂੰ ਮੰਨ ਲੈਣਾ ਚਾਹੀਦਾ। ਉਹ ਸਲਾਹਾਂ ਦੇ ਵਿੱਚ ਸੁਰਜੀਤ ਸਿੰਘ ਧਮਾਨ ਦੀ ਉਹ ਵੀ ਸਲਾਹ ਵਿੱਚ ਸ਼ਾਮਲ ਆ, ਉਸ ਦੀ ਪ੍ਰੋੜਤਾ ਵੀ ਪ੍ਰਗਟ ਸਿੰਘ ਹੋਰਾਂ ਨੇ ਕੀਤੀ, ਜਿਹਦੇ ਵਿੱਚ ਸੁਰਜੀਤ ਸਿੰਘ ਧਮਾਨ ਨੇ ਇਹ ਗੱਲ ਕਹੀ ਸੀ ਕਿ ਜੇਕਰ ਅਸੀਂ 2022 ਦੀਆਂ ਚੋਣਾਂ ਜਿੱਤ ਲਈਆਂ ਤੇ ਫਿਰ ਇਹ ਜਿਹੜੀ ਕਾਂਗਰਸ ਦੀ ਅਗਵਾਈ ਆ ਇਹ ਕਮਾਨ ਬਦਲ ਦੇਣੀ ਚਾਹੀਦੀ ਹੈ, ਇਹਦੀ ਜਗ੍ਹਾ ਕਿਸੇ ਹੋਰ ਨੂੰ ਦੇ ਦੇਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਜਾਵੇ। ਜਿਸ ਤਰੀਕੇ ਨਾਲ ਸੁਰਜੀਤ ਸਿੰਘ ਧਮਾਨ ਜਾਂ ਬਾਕੀ ਨੇਤਾਵਾਂ ਨੇ ਕਿਹਾ ਕਿ ਸਮਾਂ ਹੈ ਕਿ ਇਹਦੇ ਸਾਰੇ ਨੂੰ ਅਗਵਾਈ ਜਿਹੜੀ ਹੈ ਕਾਂਗਰਸ ਦੀ ਬਦਲ ਕੇ ਕਿਸੇ ਹੋਰ ਤੋਂ ਦੇ ਦਿੱਤੀ ਜਾਵੇ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਪ੍ਰਗਟ ਸਿੰਘ ਨੇ ਅੰਦਰ ਜਾ ਕੇ ਕੀਤੀਆਂ ਔਰ ਇਹਦੇ ਉੱਤੇ ਵੀ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਕਮੇਟੀ ਗਠਿਤ ਸੀ ਉਹਨੇ ਵੀ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਲਿਆ। ਪਰ ਫਿਰ ਵੀ ਮੈਂ ਜਿਹੜੀ ਗੱਲ ਕਹਿੰਦਾ ਕਿ ਮੇਨ ਜਿਹੜਾ ਸੀ ਉਹ ਨਵਜੋਤ ਸਿੱਧੂ ਜਿਹੜਾ ਅੱਜ ਉਸ ਧੁਰਾ ਮੇਨ ਸੀ ਅੱਜ ਦੇ ਦਿਨ ਦਾ, ਜਿਹਨੇ ਪੰਜਾਬ ਦੀਆਂ ਮੰਗਾਂ ਦੇ ਸੰਬੰਧੀ, ਲੋਕਾਂ ਦੀਆਂ ਮੰਗਾਂ ਸੰਬੰਧੀ ਜਿਹੜੀ ਆਵਾਜ਼ ਹੈ ਉੱਥੇ ਠਾਈ ਹੈ। ਹੁਣ ਜੇਕਰ ਕੱਲ੍ਹ ਦੀ ਆਪਾਂ ਮੀਟਿੰਗ ਦੀ ਗੱਲ ਕਰੀਏ, ਕੱਲ੍ਹ ਨੂੰ ਜਿਹੜਾ ਹੈਗਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਟਾਈਮ ਦੱਸਿਆ ਜਾ ਰਿਹਾ ਸੀ, ਹੋ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਨਾ ਜਾਣ ਕਿਉਂਕਿ ਜਿਹੜੀ ਮੀਟਿੰਗ ਉਹਨਾਂ ਦੇ ਵੱਲੋਂ ਸੱਦ ਲਈ ਗਈ ਹੈ। ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਹੁਣ ਪ੍ਰਸਥਿਤੀਆਂ ਕਿਹੋ ਜਿਹੀਆਂ ਹੋਣ ਵਾਲੀਆਂ? ਕੈਪਟਨ ਅਮਰਿੰਦਰ ਸਿੰਘ ਦੀਆਂ ਪ੍ਰਸਥਿਤੀਆਂ ਤਾਂ ਦਿਨ ਬ ਦਿਨ ਜਿਹੜੀਆਂ ਉਹ ਬਦਲਦੀਆਂ ਜਾ ਰਹੀਆਂ। ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮਤਲਬ ਪੈਰਾਂ ਦੇ ਹੇਠੋਂ ਧਰਤੀ ਜਿਹੜੀ ਨਾ ਖੁੱਸਦੀ ਜਾ ਰਹੀ ਹੈ, ਕਿਉਂਕਿ ਕੱਲ੍ਹ ਉਹਨਾਂ ਨੇ ਮੀਟਿੰਗ ਦੇ ਵਿੱਚ ਦਿੱਲੀ ਕਮੇਟੀ ਦੇ ਸਾਹਮਣੇ ਪੇਸ਼ ਹੋਣਾ ਸੀ। ਕਮੇਟੀ ਦੇ ਸਾਹਮਣੇ ਪੇਸ਼ ਹੋਣਾ, ਹੁਣ ਚਾਣਚੱਕ ਹੀ ਉਹਨਾਂ ਵੱਲੋਂ ਕੈਬਨਿਟ ਦੀ ਮੀਟਿੰਗ ਨੂੰ ਸੱਦ ਲੈਣਾ, ਨੰਬਰ 1। ਨੰਬਰ 2, ਵਿਧਾਇਕਾਂ ਦੀ ਦਿੱਲੀ ਜਾਣ ਤੋਂ ਪਹਿਲਾਂ ਹਰ ਵਿਧਾਇਕ ਨੂੰ 13 ਕਰੋੜ ਰੁਪਏ ਹਲਕਾ ਵਿਕਾਸ ਵਾਸਤੇ ਦੇ ਦੇਣੇ। ਤੀਸਰਾ, ਨਵਜੋਤ ਸਿੱਧੂ ਤੇ ਖੁਫੀਆ ਤੰਤਰ ਦੀ ਨਜ਼ਰ ਰੱਖਣੀ, CID ਨੂੰ ਪਿੱਛੇ ਲਾ ਦੇਣਾ। ਇਹ 3-4 ਜਿਹੜੇ ਇਨਸੀਡੈਂਟ ਜਿਹੜੇ ਕੀਤੇ ਜਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ, ਇਹ ਬੜੇ ਵੱਡੇ ਸੰਦੇਸ਼ ਦੇ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਕਿ ਉਹਨਾਂ ਦਾ ਧੜਾ ਜਾਂ ਉਹਨਾਂ ਦੀ ਜਿਹੜੀ ਸਥਿਤੀ ਹੈ ਕਮਜ਼ੋਰ ਹੁੰਦੀ ਜਾ ਰਹੀ ਹੈ। ਤਿਆਰੀ ਵੀ ਕਹਿੰਦੀ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਕੀਤੀ ਹੋਈ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਕਿਸ ਤਰੀਕੇ ਦੇ ਨਾਲ ਗਲਤੀਆਂ ਕੀਤੀਆਂ, ਪਾਰਟੀ ਨੂੰ ਨੁਕਸਾਨ ਪਹੁੰਚਾਇਆ, ਕਿਹੜੇ ਵਿਧਾਇਕ ਮਾਫੀਆ ਦੇ ਵਿੱਚ ਜੁੜੇ ਹੋਏ ਨੇ, ਕਿਹੜੇ ਵਿਧਾਇਕ ਕਿਸ ਤਰੀਕੇ ਨਾਲ ਜੁੜੇ ਨੇ। ਕਿਤੇ ਨਾ ਕਿਤੇ ਜੇਕਰ ਵਾਕਈ ਇਹ ਗੱਲਾਂ ਸਹੀ ਨੇ, ਕਿਤੇ ਨਾ ਕਿਤੇ ਆਪਣੇ ਆਪ ਤੇ ਵੀ ਉਹਨਾਂ ਨੇ ਸਵਾਲ ਖੜੇ ਖੁਦ ਹੀ ਕਰ ਲੈਣੇ ਆ ਜੇ ਅਜਿਹਾ ਕੁਝ ਕਰਦੇ, ਕਿਉਂਕਿ ਅਗਲੇ ਨੇ ਕਹਿਣਾ ਹੈ ਕਿ ਭਾਈ ਤੁਸੀਂ ਮੁੱਖ ਮੰਤਰੀ ਆ, ਫਿਰ ਤੁਹਾਡਾ ਕੰਟਰੋਲ ਕਿਸ ਚੀਜ਼ ਦਾ। ਬਿਲਕੁਲ ਤਾਂ ਇਸ ਤਰ੍ਹਾਂ ਤੁਸੀਂ ਗੱਲ ਟਵੀਟਸ ਦੀ ਗੱਲ ਕੀਤੀ ਨਵਜੋਤ ਸਿੱਧੂ ਦੇ, ਇਹ ਪਤਾ ਲੱਗਾ ਕਿ ਉਹਦੇ ਜਿਹੜੇ ਟਵੀਟ ਕੀਤੇ ਨੇ ਉਹਨਾਂ ਦੀ ਫੋਟੋ ਕਾਪੀਆਂ ਕਢਾ ਕੇ ਇਸ ਕਮੇਟੀ ਦੇ ਅੱਗੇ ਪੇਸ਼ ਕਰਨ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਕੈਂਪ ਪੂਰੀ ਤਰ੍ਹਾਂ ਤਿਆਰ ਆ। ਪਰ ਜਿਸ ਤਰ੍ਹਾਂ ਤੁਸੀਂ ਇਹ ਜਵਾਬ ਦਿੱਤਾ ਕਿ ਹਾਂ ਉਹ ਹਾਈਕਮਾਂਡ ਕਰਕੇ ਫਿਰ ਤੁਹਾਡੀ ਜ਼ਿੰਮੇਵਾਰੀ ਕਿਤੇ, ਤੁਸੀਂ ਕਿੱਥੇ ਖਲੋਤੇ ਸੀ, ਤਾਂ ਬਿਲਕੁਲ ਇਹ ਜਿਹੜੀ ਸਥਿਤੀ ਹੈ, ਇਹੋ ਜਿਹੀ ਜਿਹੜੀ ਕਾਰਵਾਈ ਹੋਵੇਗੀ ਉਹ ਕੈਪਟਨ ਅਮਰਿੰਦਰ ਦੀ ਸਥਿਤੀ ਨੂੰ ਕਮਜ਼ੋਰ ਕਰੇਗੀ, ਉਹ ਸਥਿਤੀ ਮਜ਼ਬੂਤ ਨਹੀਂ ਕਰੇਗੀ, ਉਹਨਾਂ ਦੇ ਦਾਅਵਿਆਂ ਨੂੰ ਹੋਰ ਤਰੀਕੇ ਦਾ ਪ੍ਰਸ਼ਨ ਚਿੰਨ੍ਹ ਜਾਂ ਉਹਨਾਂ ਦੀ ਭੂਮਿਕਾ ਨੂੰ ਹੋਰ ਤਰੀਕੇ ਨਾਲ ਦੇਖਿਆ ਜਾਵੇਗਾ। ਬਾਕੀ ਇਹ ਗੱਲ ਕਲੀਅਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਜੋ ਚੋਗਾ ਸੁੱਟਿਆ ਜਾ ਰਿਹਾ, ਕਦੇ ਕੈਬਨਿਟ ਦੀ ਮੀਟਿੰਗ ਕੀਤੀ ਜਾ ਰਹੀ ਹੈ, ਕਦੇ 13 ਕਰੋੜ ਰੁਪਇਆ ਹਰ ਹਲਕੇ ਦੇ ਵਿਕਾਸ ਵਾਸਤੇ ਐਲਾਨ ਕਰ ਦਿੱਤਾ ਗਿਆ, ਔਰ ਕੱਲ ਨੂੰ ਮੀਟਿੰਗ ਨਾ ਜਾਂਦੀ ਬਜਾਏ ਕੈਬਨਿਟ ਮੀਟਿੰਗ ਨੂੰ ਸੰਬੋਧਨ ਕਰਨਾ। ਉਸ ਦਾ ਦੂਜਾ ਕਾਰਨ ਇਹ ਕਿ ਕੱਲ ਜਿਹੜੀ ਤਰੀਕ ਹੈ ਪ੍ਰਤਾਪ ਸਿੰਘ ਬਾਜਵੇ ਨੇ ਵੀ ਕੱਲ ਉਸ ਕਮੇਟੀ ਦੇ ਸਾਹਮਣੇ ਪੇਸ਼ ਹੋ ਕੇ ਪੰਜਾਬ ਦਾ ਪੱਖ ਪੇਸ਼ ਕਰਨਾ। ਅਜੇ ਬਾਕੀ ਪੰਜਾਬ ਦੇ ਮੰਤਰੀ ਜਾਂ ਵਿਧਾਇਕ ਜਿਹੜੇ ਨੇ ਉਹ ਤਾਂ ਅਜੇ ਗੱਲ ਆਪਣੀ ਸੁਰ ਮੱਧਮ ਰੱਖ ਰਹੇ ਨੇ, ਪਰ ਪ੍ਰਤਾਪ ਸਿੰਘ ਬਾਜਵੇ ਤੇ ਜਿਹੜੀਆਂ ਤਲਵਾਰ ਚੋਂ ਮਿਆਨ ਚੋਂ ਤਲਵਾਰ ਜਿਹੜੀ ਉਹ ਪਹਿਲੇ ਕੱਢ ਕੇ ਤਿੱਖੀ ਕਰਕੇ ਸਾਨ ਤੇ ਲਾਈ ਹੈ ਕਿ ਜਦੋਂ ਉਹਨੇ 44 ਦਿਨ ਦਾ ਜਾਂ 45 ਦਿਨ ਦਾ ਸਮਾਂ ਦੇਤਾ ਕਿ 45 ਦਿਨਾਂ ਦਾ ਸਮੇਂ ਦੇ ਵਿੱਚ ਕੈਪਟਨ ਅਮਰਿੰਦਰ ਦੀ ਅਗਵਾਈ ਨੂੰ, ਨਿਜ਼ਾਮ ਨੂੰ ਅਸੀਂ ਬਦਲ ਕੇ ਰੱਖ ਦੇਣਾ। ਕਹਿਣ ਦਾ ਭਾਵ ਆ ਕਿ ਅਜੇ ਜਿਹੜੇ ਬਾਗੀ ਵਿਧਾਇਕ ਨੇ ਜਾਂ ਮੰਤਰੀ ਨੇ ਅਜੇ ਤੱਕ ਕਿਰਪਾਨਾਂ ਉਹਨਾਂ ਨੇ ਮਿਆਨ 'ਚ ਹੀ ਰੱਖੀਆਂ ਨੇ, ਅਜੇ ਤਾਂ ਉਹਨਾਂ ਦੀ ਸੁਰ ਬੜੀ ਹੋਰ ਤਰ੍ਹਾਂ ਦੀ ਆ। ਪਰ ਪ੍ਰਤਾਪ ਸਿੰਘ ਬਾਜਵਾ ਦਾ ਤਲਵਾਰ ਬਾਹਰ ਕੱਢ ਕੇ ਸਾਨ ਤੇ ਲਾਉਂਦੇ ਆ, ਤਾਂ ਸਾਨ ਤੇ ਲਾਉਣ ਦਾ ਭਾਵ ਇਹ ਹੈ ਕਿ ਕੱਲ ਨੂੰ ਫਿਰ ਉਸੇ ਫਰੰਟ ਦੇ ਉੱਤੇ ਜਦੋਂ ਦੋਵੇਂ ਨੇਤਾ, ਪ੍ਰਤਾਪ ਸਿੰਘ ਬਾਜਵਾ ਦਾ ਇੱਕ ਵੱਡੇ ਨੇਤਾ ਨੇ ਪੰਜਾਬ ਦੀ ਕਾਂਗਰਸ ਵਜ਼ਾਰਤ, ਤਾਂ ਫਿਰ ਉਸ ਸਮੇਂ ਤੋਂ ਅਵਾਇਡ ਕਰਨ ਦੀ ਨੀਤੀ ਦੇ ਤਹਿਤ ਹੀ ਅਮਰਿੰਦਰ ਸਿੰਘ ਹੋਰਾਂ ਨੇ ਕੱਲ ਮੀਟਿੰਗ ਰੱਖ ਲਈ ਹੈ, ਜਿਸ ਕਾਰਨ ਉਹ ਕੱਲ ਉਸ ਕਮੇਟੀ ਦੇ ਅੱਗੇ ਪੇਸ਼ ਨਹੀਂ ਹੋਣਗੇ। ਤੇ ਕੱਲ ਤੋਂ ਪਤਾ ਉਹਨਾਂ ਨੂੰ ਹੋਰ ਲੱਗ ਜਾਏਗਾ ਕਿ ਵੀਰਵਾਰ ਨੂੰ ਕਿ ਉਹਨਾਂ ਦੇ ਮੰਤਰੀ, ਉਹਨਾਂ ਦਾ ਇਹ ਸਾਰੇ ਮੰਤਰੀ ਮੰਡਲ ਜਾਂ ਜਿਹੜੇ 80 ਵਿਧਾਇਕ ਨੇ
ਕਿੰਨੇ ਉਹਨਾਂ ਦੇ ਖਿਲਾਫ ਭੁਗਤੇ ਨੇ ਤੇ ਕਿੰਨੇ ਉਹਨਾਂ ਦੇ ਨਾਲ ਨੇ। ਇਸ ਕਰਕੇ ਉਹਨਾਂ ਨੇ ਵੀਰਵਾਰ ਦਾ ਦਿਨ ਚੁਣਿਆ ਕਿ ਵੀਰਵਾਰ ਪੇਸ਼ ਹੋਇਆ ਜਾਵੇ ਤਾਂ ਜੋ ਉਸ ਤੋਂ ਪਹਿਲਾਂ ਵਿਰੋਧੀਆਂ ਦੀ ਗਿਣਤੀ ਦਾ ਵੀ ਪਤਾ ਲੱਗ ਜੇ ਤੇ ਹੱਥ ਵਾਲੇ ਦਾ ਸਥਿਤੀ ਦਾ ਵੀ ਪਤਾ ਲੱਗ ਜੇ ਕਿ ਉਹਨਾਂ ਦੇ ਹੱਕ ਵਿੱਚ ਹਾਈਕਮਾਨ ਦੀਆਂ ਨਜ਼ਰਾਂ ਵਿੱਚ ਸਥਿਤੀ ਜਿਹੜੀ ਆ ਕੀ ਬਣੀ ਹੈ। ਜੀ ਸਿੱਧੂ ਸਾਹਿਬ। ਬਿਲਕੁਲ। ਤਾਂ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਰਾਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਪੂਰੀਆਂ ਘਟਨਾਕ੍ਰਮ ਦੇ ਉੱਪਰ ਸਾਡੇ ਨਾਲ ਵਿਚਾਰ ਚਰਚਾ ਕੀਤੀ ਹੈ ਤੇ ਆਪਣੇ ਕੀਮਤੀ ਵਿਚਾਰ ਦਿੱਤੇ ਨੇ। ਅੰਦਰਲੀਆਂ ਖਬਰਾਂ ਜਿਹੜੀਆਂ ਮੀਟਿੰਗ ਦੀ ਅੰਦਰਲੀਆਂ ਸੀਗੀਆਂ ਉਹ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।